ਤੁਹਾਨੂੰ ਪੈਦਾ ਕਿਹਨਾਂ ਕੀਤਾ ਹੈ? ਠੀਕ ਹੈ, ਜਰੀਆ ਮਾਤਾ ਪਿਤਾ ਹੈ, ਪਰ ਜਨਮ ਦੇਣ ਵਾਲਾ ਕੌਣ ਹੈ? ਜੀਵਨ ਦੇਣ ਵਾਲਾ ਕੌਣ ਹੈ? ਜਵਾਬ ਦਿਓ ਸਾਨੂੰ। ਹੁਣ ਕਈ ਵਾਰ ਬੰਦਾ ਕਹਿੰਦਾ ਜੀ ਕਿ ਮਾਤਾ ਪਿਤਾ ਜੀਵਨ ਦੇਣ ਵਾਲੇ, ਮਾਤਾ ਪਿਤਾ ਜਰੀਆ ਹੈ, ਜੀਵਨ ਦੇਣ ਵਾਲੇ ਮਾਤਾ ਪਿਤਾ ਨਹੀਂ, ਉਹ ਰੱਬ ਹੈ। ਕਿਉਂਕਿ ਜੇ ਮਾਤਾ ਪਿਤਾ ਦੇ ਹੱਥ ਜੀਵਨ ਦੇਣਾ ਹੋਵੇ ਤਾਂ ਕਈ ਬੱਚੇ ਮੁਰਦਾ ਪੈਦਾ ਹੁੰਦੇ ਆ ਕਿ ਨਹੀਂ? ਗਰਭ 'ਚ ਹੀ ਮਰ ਜਾਂਦੇ ਆ ਕਿ ਲੈ ਵੀ 7 ਮਹੀਨੇ ਦਾ ਬੱਚਾ ਮਰ ਗਿਆ ਜਾਂ 8 ਮਹੀਨੇ ਦਾ ਬੱਚਾ ਮਰ ਗਿਆ ਜਾਂ ਬੱਚੇ ਨੇ ਜਨਮ ਲਿਆ ਨਾਲ ਹੀ ਮਰ ਗਿਆ। ਤਾਂ ਜੇ ਜੀਵਨ ਦੇਣਾ ਮਾਤਾ ਪਿਤਾ ਦੇ ਹੱਥ 'ਚ ਹੋਵੇ ਤਾਂ ਕਦੀ ਮਾਤਾ ਪਿਤਾ ਚਾਹਣਗੇ ਮੇਰਾ ਬੱਚਾ ਮੁਰਦਾ ਪੈਦਾ ਹੋਵੇ? ਉਹ ਤਾਂ ਚਾਹੇਗਾ ਕਿ ਮੇਰਾ ਬੱਚਾ ਜੀਂਦਾ ਹੱਸਦਾ ਖੇਡਦਾ ਪੈਦਾ ਹੋਵੇ। ਨਹੀਂ, ਜੀਵਨ ਦੇਣਾ ਉਹਦੇ ਹੱਥ 'ਚ ਜਰੀਆ ਬਣਦਾ ਹੈ। ਜਿੱਦਾਂ ਫਰਜ਼ ਕਰੋ ਆ ਪੇੜ ਨੂੰ ਫਲ ਲੱਗੇ ਹੋਏ ਆ, ਇਹ ਪੇੜ ਜਰੀਆ ਹੈ। ਇਹ ਪੇੜ ਦੇ ਅੰਦਰੋਂ ਫਲ ਪੈਦਾ ਹੁੰਦੇ ਹੈ, ਇਹਦੇ ਅੰਦਰ ਰਸ ਪੈਦਾ ਹੁੰਦਾ ਹੈ, ਇਹਦੇ ਅੰਦਰ ਰੰਗ ਭਰਿਆ ਜਾਂਦਾ ਹੈ। ਇਹ ਭਰਨ ਵਾਲੀ ਉਹ ਤਾਕਤ ਹੈ, ਉਹ ਜਰੀਆ ਪੇੜ ਨੂੰ ਬਣਾਉਂਦਾ ਹੈ। ਪਰ ਕਰਨ ਵਾਲਾ ਬੋਲੋ ਉਹ ਮਾਲਿਕ ਹੈ, ਉਹ ਪਰਮਾਤਮਾ ਹੈ। ਮੰਨਦੇ ਹੋ ਕਿ ਨਹੀਂ? ਇਸ ਲਈ ਹੁਣ ਜੇ ਮੰਨਦੇ ਆ ਕਿ ਉਹ ਤਾਕਤ ਹੀ ਸਭ ਨੂੰ ਜੀਵਨ ਦੇਣ ਵਾਲੀ ਹੈ, ਫਲਾਂ ਅੰਦਰ ਰਸ ਪੈਦਾ ਕਰਨ ਵਾਲੀ ਹੈ, ਸਾਡੇ ਅੰਦਰ ਜੀਵਨ ਪੈਦਾ ਕਰਨ ਵਾਲੀ ਹੈ, ਤਾਂ ਜੇ ਉਹ ਤਾਕਤ ਤੋਂ ਅਸੀਂ ਬਣੇ ਆ ਤਾਂ ਕੀ ਫਿਰ ਅਸੀਂ ਕਮਜ਼ੋਰ ਹੋ ਸਕਦੇ ਹਾਂ? ਫਿਰ ਕਿਉਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹੋ? ਕਿਉਂ ਮੰਨਦੇ ਹੋ ਕਿ ਮੈਂ ਆ ਨਹੀਂ ਕਰ ਸਕਦਾ, ਮੇਰੇ ਤੋਂ ਆ ਨਹੀਂ ਹੋਣਾ, ਮੇਰੇ ਤੋਂ ਉਹ ਨਹੀਂ ਹੋਣਾ? ਕਦੀ ਵੀ ਇਦਾਂ ਨਾ ਕਿਹਾ ਕਰੋ ਮੈਂ ਆ ਨਹੀਂ ਕਰ ਸਕਦਾ, ਬਲਕਿ ਇਹ ਕਹੋ ਕਿ ਠੀਕ ਹੈ ਕੰਮ ਮੁਸ਼ਕਿਲ ਹੈ ਪਰ ਮੈਨੂੰ ਯਕੀਨ ਹੈ ਮੈਂ ਕੋਸ਼ਿਸ਼ ਕਰੂੰਗਾ ਤਾਂ ਮੈਂ ਕਰ ਸਕਦਾ ਹਾਂ। ਇਹਦੇ ਨਾਲ ਸਾਰਾ ਨਜ਼ਰੀਆ ਬਦਲ ਜਾਂਦਾ ਹੈ, ਸੋਚ ਬਦਲ ਜਾਂਦੀ ਹੈ। ਤਾਂ ਜੇ ਬੰਦਾ ਕਹੇ ਮੇਰੇ ਤੋਂ ਨਹੀਂ ਹੋਣਾ, ਬੜਾ ਔਖਾ ਹੈ, ਮੇਰੇ ਤੋਂ ਨਹੀਂ ਹੋਣਾ, ਤੇ ਅਸੀਂ ਉਹ ਕੰਮ ਨੂੰ ਬੜਾ ਕਰ ਦਿੰਦੇ ਤਾਂ ਆਪਣੇ ਆਪ ਨੂੰ ਛੋਟਾ ਕਰ ਲੈਂਦੇ ਹਾਂ। ਕਦੀ ਵੀ ਇਹ ਨਾ ਕੋਈ ਮੈਂ ਨਹੀਂ ਕਰ ਸਕਦਾ, ਇਹ ਕਹੋ ਠੀਕ ਹੈ ਮੈਨੂੰ ਨਹੀਂ ਆਉਂਦਾ, ਕੰਮ ਮੁਸ਼ਕਿਲ ਹੈ, ਪਰ ਜੇ ਮੈਂ ਕੋਸ਼ਿਸ਼ ਕੀਤੀ ਮੈਨੂੰ ਯਕੀਨ ਹੈ ਕਿ ਮੈਂ ਇਹ ਕਰ ਸਕਦਾ ਹਾਂ। ਬੋਲੋ ਸਮਝਦੇ ਹੋ ਆਪਣੇ? ਜੇ ਤੁਹਾਡੇ ਜੀਵਨ 'ਚ ਕੋਈ ਪ੍ਰੋਬਲਮ ਹੈ, ਕਹਿੰਦੇ ਇੱਕ ਡਾਕਟਰ ਸੀ ਜਿਹਦਾ ਨਾਮ ਸੀ ਡਾਕਟਰ ਨਾਰਮਨ ਕਾਜ਼ਿਨ। ਡਾਕਟਰ ਨਾਰਮਨ ਕਾਜ਼ਿਨ ਉਹਦਾ ਨਾਮ ਸੀ, ਅਮਰੀਕਾ ਦੀ ਗੱਲ ਹੈ ਇਹ, ਬਹੁਤ ਸਮੇਂ ਪਹਿਲਾਂ। ਉਹ ਡਾਕਟਰ ਨੂੰ ਇੱਕ ਲਾ ਇਲਾਜ ਬਿਮਾਰੀ ਹੋ ਗਈ। ਕਿਹੜੀ ਬਿਮਾਰੀ ਹੋ ਗਈ? ਲਾ ਇਲਾਜ ਬਿਮਾਰੀ ਕੀ ਹੁੰਦੀ ਹੈ ਕਿ ਜਿਹਦਾ ਕੋਈ ਮੈਡੀਕਲ ਸਾਇੰਸ ਦੇ ਅੰਦਰ ਇਲਾਜ ਹੁੰਦਾ ਹੀ ਨਹੀਂ ਹੈ। ਔਰ ਉਹ ਆਪ ਟੈਸਟ ਉਹਦੇ ਸਾਥੀਆਂ ਨੇ ਕੀਤੇ ਉਹਦੀ ਬਾਡੀ ਦੇ। ਜਦੋਂ ਟੈਸਟ ਕੀਤੇ ਤਾਂ ਉਹਨਾਂ ਨੇ ਦੱਸਿਆ ਕਿ ਡਾਕਟਰ ਸਾਹਿਬ ਆ ਜੋ ਤੁਹਾਡੀਆਂ ਰਿਪੋਰਟਾਂ ਦੇ ਮੁਤਾਬਿਕ ਨਾ ਹੁਣ ਤੁਹਾਡੇ ਕੋਲ ਦਿਨ ਕੁਝ ਮਹੀਨੇ ਹੀ ਹੈ ਤੁਹਾਡੇ ਕੋਲ, ਫਿਰ ਤੁਹਾਡੀ ਡੈਥ ਹੋ ਜਾਣੀ ਕਿਉਂਕਿ ਇਹ ਬਿਮਾਰੀ ਦਾ ਕੋਈ ਇਲਾਜ ਹੈ ਹੀ ਨਹੀਂ। ਤਾਂ ਡਾਕਟਰ ਨਾਰਮਨ ਕਾਜ਼ਿਨ ਨੇ ਇਹ ਸੋਚਿਆ। ਕੀ ਸੋਚਿਆ? ਉਹ ਕਹਿੰਦੇ ਜਦੋਂ ਮਰ ਹੀ ਜਾਣਾ ਹੈ ਹੀ ਟਾਈਮ 3 ਮਹੀਨੇ ਜਾਂ 6 ਮਹੀਨੇ ਦਾ ਮੇਰੇ ਕੋਲ, ਤਾਂ ਹੁਣ ਹਸਪੀਟਲ 'ਚ ਕੰਮ ਕਰਕੇ ਕੀ ਲੈਣਾ? ਉਹਨਾਂ ਛੁੱਟੀਆਂ ਲੈ ਲਈਆਂ ਹਸਪੀਟਲੋਂ। ਉਹਨੇ ਕੀ ਕੀਤਾ? ਛੁੱਟੀਆਂ ਲੈ ਲਈਆਂ। ਔਰ ਕੀ ਕੀਤਾ ਉਸਨੇ? ਛੁੱਟੀਆਂ ਲੈ ਕੇ ਇੱਕ ਹੋਟਲ ਦੇ ਵਿੱਚ ਕਮਰਾ ਬੁੱਕ ਕਰਾ ਲਿਆ। ਔਰ ਕਮਰੇ 'ਚ ਜਾ ਕੇ ਉਹਨਾਂ 2 ਕੰਮ ਕਰਨੇ। ਪਤਾ ਕਿਹੜੇ ਕੰਮ 2 ਕੀਤੇ ਉਹਨੇ ਕਮਰੇ ਦੇ ਵਿੱਚ ਜਾ ਕੇ ਹੋਟਲ 'ਚ? ਪਹਿਲਾ ਕੰਮ, ਉਹਨੇ ਕਮੇਡੀ ਫਿਲਮਾਂ ਦੇਖਣੀਆਂ ਜਿਹਦੇ 'ਚ ਹੱਸੇ। ਉਹ ਕਹਿੰਦੇ ਹੁਣ ਜੇ ਮਰਨਾ ਹੀ ਹੈ ਤਾਂ ਹੱਸ ਕੇ ਮਰਾਂ, ਰੋਣਾ ਕਿਉਂ ਹੈ? ਤਾਂ ਦੂਜਾ ਉਹਨੇ ਧਾਰਮਿਕ ਗ੍ਰੰਥ ਪੜ੍ਹਨੇ। ਧਾਰਮਿਕ ਗ੍ਰੰਥ ਜਿੱਦਾਂ ਬਾਈਬਲ ਹੋ ਗਈ ਜਾਂ ਹੋਰ ਸੰਤਾਂ ਦੀ ਬਾਣੀ ਹੋ ਗਈ ਕਿ ਜਿਹਦੇ ਨਾਲ ਉਹਦਾ ਧਿਆਨ ਪਰਮਾਤਮਾ ਵੱਲ ਵੀ ਜਾਵੇ। ਇੱਕ ਉਹਨੇ ਹੱਸਣਾ ਦਿਲ ਖੋਲ ਕੇ, ਔਰ ਦੂਜਾ ਉਹਨੇ ਬਾਈਬਲ ਪੜ੍ਹਨੀ ਜਾਂ ਹੋਰ ਧਾਰਮਿਕ ਜੋ ਸੰਤਾਂ ਦੀ ਬਾਣੀ ਹੈ ਉਹ ਪੜ੍ਹਨੀ। ਔਰ ਉਹਦੇ 'ਚ ਪੜ੍ਹਨਾ ਜਿੱਦਾਂ ਬਾਈਬਲ ਦੇ ਅੰਦਰ ਵੀ ਆਉਂਦਾ ਹੈ ਕਿ ਅਗਰ ਤੂੰ ਈਸ਼ਵਰ ਤੇ ਵਿਸ਼ਵਾਸ ਕਰੇਗਾ ਤਾਂ ਈਸ਼ਵਰ ਤੇਰੀ ਹਰ ਮੁਸ਼ਕਿਲ ਦਾ ਹੱਲ ਕਰ ਸਕਦਾ ਹੈ। ਤਾਂ ਉਸ ਵੇਲੇ ਉਹਦੇ ਅੰਦਰ ਵਿਸ਼ਵਾਸ ਹੋਣਾ ਕਿ ਜੇ ਈਸ਼ਵਰ ਕਰ ਸਕਦਾ ਹੈ ਤਾਂ ਡਾਕਟਰਾਂ ਕੋਲ ਤਾਂ ਮੈਂ ਦੇਖ ਲਿਆ ਕਿਉਂਕਿ ਮੈਂ ਆਪ ਇੱਕ ਡਾਕਟਰ ਹਾਂ, ਇਹਦਾ ਇਲਾਜ ਹੀ ਹੈ ਨਹੀਂ, ਤਾਂ ਹੁਣ ਇੱਕ ਵਾਰ ਜੋ ਧਾਰਮਿਕ ਗ੍ਰੰਥਾਂ 'ਚ ਲਿਖਿਆ ਇੱਕ ਵਾਰ ਈਸ਼ਵਰ ਤੇ ਵਿਸ਼ਵਾਸ ਕਰਕੇ ਵੀ ਦੇਖ ਲਵਾਂ। ਇਸ ਲਈ ਉਹਨਾਂ ਪੂਰਾ ਵਿਸ਼ਵਾਸ ਕਰਨਾ ਕਿ ਮੈਨੂੰ ਯਕੀਨ ਹੈ ਕਿ ਜਿਸ ਗॉड ਨੇ ਮੈਨੂੰ ਪੈਦਾ ਕੀਤਾ ਮੈਨੂੰ ਠੀਕ ਵੀ ਉਹ ਕਰੇਗਾ, ਮੈਨੂੰ ਠੀਕ ਵੀ ਕਰੇਗਾ। ਹੁਣ ਕਹਿੰਦੇ ਇਸ ਵਿਸ਼ਵਾਸ ਨਾਲ ਡਾਕਟਰ ਨਾਰਮਨ ਜਦੋਂ ਚੱਲਦੇ ਰਹੇ ਤਾਂ ਕੀ ਹੋਇਆ? ਉਹਨਾਂ ਨੂੰ ਜਦੋਂ ਉੱਥੇ ਨਾ ਕਮਰੇ ਵਿੱਚ ਹੀ ਉਹਨਾਂ ਨੇ ਹੋਟਲ 'ਚ ਹੀ ਰਹਿਣਾ, ਹੱਸੀ ਵੀ ਜਾਣਾ, ਉਹ ਰੱਬ ਦਾ ਜ਼ਿਕਰ ਵੀ ਕਰੀ ਜਾਣਾ, ਵਿਸ਼ਵਾਸ ਦੀ ਗੱਲ ਵੀ ਕਰੀ ਜਾਣੀ, ਬਹਿ ਕੇ ਸੋਚੀ ਵੀ ਜਾਣਾ ਕਿ ਉਹਦੀ ਕਿਰਪਾ ਮੇਰੇ ਤੇ ਹੋ ਰਹੀ ਹੈ, ਮੇਰੇ ਦੁੱਖ ਦੂਰ ਹੋ ਰਹੇ। ਜਿੱਦਾਂ ਤੁਹਾਨੂੰ ਕਹੀਦਾ ਨਾ ਕਿ ਫੀਲ ਕਰੋ ਕਿ ਮਾਲਕ ਦੀ ਰਹਿਮਤ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ। ਜਦੋਂ ਅਸੀਂ ਇੰਨੀ ਗੱਲ ਕਹਿੰਦੇ ਆ ਤਾਂ ਉਹਦੀ ਰਹਿਮਤ ਨਾਲ ਸਾਡਾ ਕਨੈਕਸ਼ਨ ਜੁੜ ਜਾਂਦਾ ਹੈ। ਹੁਣ ਡਾਕਟਰ ਨਾਰਮਨ ਨੇ ਇਹ ਕੀਤਾ ਤਾਂ ਜਦੋਂ ਉਹਨੂੰ ਮਹੀਨਾ ਕੁ ਹੋਇਆ ਨਾ ਉਹਨੂੰ ਅੰਦਰੋਂ ਫੀਲ ਹੋਣ ਲੱਗਾ ਕਿ ਮੈਂ ਆਪਣੇ ਆਪ ਨੂੰ ਬੈਟਰ ਫੀਲ ਕਰ ਰਿਹਾ। ਕਿਉਂਕਿ ਫੀਲ ਹੋ ਜਾਂਦਾ ਬੰਦੇ ਦਾ, ਬੁਖਾਰ ਹੁੰਦਾ ਬੰਦੇ ਨੂੰ ਤਾਂ ਦਰਦਾਂ ਹੁੰਦੀਆਂ ਬਾਡੀ 'ਚ, ਫਿਰ ਬੰਦੇ ਨੂੰ ਲੱਗਦਾ ਹੁਣ ਦਰਦਾਂ ਘਟ ਗਈਆਂ ਤਾਂ ਮਤਲਬ ਲੱਗਦਾ ਕੁਛ ਅੱਗੇ ਨਾਲੋਂ ਠੀਕ ਹੋ ਗਿਆ, ਇੱਕ ਵਾਰੀ ਚੈੱਕ ਤਾਂ ਕਰਾਂ ਮੈਂ। ਕਹਿੰਦੇ ਜਦੋਂ ਉਹਨੇ
ਉਹ 2-3 ਮਹੀਨੇ ਬਾਅਦ ਨਾ ਚੈੱਕ ਕੀਤਾ ਤਾਂ ਜਿਨ੍ਹਾਂ ਨੇ ਰਿਪੋਰਟਾਂ ਦੇਖੀਆਂ ਉਹ ਹੈਰਾਨ ਰਹਿ ਗਏ, ਉਹਦੀ ਬਿਮਾਰੀ ਬਿਲਕੁਲ ਖਤਮ ਹੋ ਚੁੱਕੀ ਸੀ। ਇਹ ਡਾਕਟਰ ਨਾਰਮਨ ਕੌਜ਼ਨ ਦੀ ਗੱਲ ਕਰ ਰਹੇ ਹਾਂ, ਅਸੀਂ ਨਾਮ ਦੱਸ ਰਹੇ ਹਾਂ, ਇਹਦੀ ਹਿਸਟਰੀ ਤੁਸੀਂ ਪੜ੍ਹ ਸਕਦੇ ਹੋ ਅੱਛੀ ਤਰ੍ਹਾਂ, ਕਿਉਂਕਿ ਇਦਾਂ ਦੀਆਂ ਚੀਜ਼ਾਂ ਨਾ ਛੁਪੀਆਂ ਨਹੀਂ ਹੁੰਦੀਆਂ, ਇਦਾਂ ਦੀਆਂ ਚੀਜ਼ਾਂ ਤੇ ਕਿਤਾਬਾਂ ਵੀ ਲਿਖੀਆਂ ਜਾਂਦੀਆਂ ਹੈ, ਇਦਾਂ ਦੀਆਂ ਚੀਜ਼ਾਂ ਨੈੱਟ ਤੇ ਵੀ ਮਿਲ ਜਾਂਦੀਆਂ ਹੈ। ਹੁਣ ਇੱਥੇ ਸਮਝਣ ਵਾਲੀ ਹੈ ਕਿ ਉਹਨੇ ਜਦੋਂ ਦੇਖਿਆ ਕਿ ਐਡੀ ਖਤਰਨਾਕ ਬਿਮਾਰੀ ਜਿਹੜਾ ਕੋਈ ਹੱਲ ਨਹੀਂ ਹੈ, ਔਰ 3 ਮਹੀਨੇ ਜਾਂ 6 ਮਹੀਨੇ ਦਾ ਟਾਈਮ ਹੀ ਮੇਰੇ ਕੋਲ ਹੈ, ਹੁਣ ਡਾਕਟਰ ਮੈਨੂੰ ਠੀਕ ਨਹੀਂ ਕਰ ਸਕਦੇ ਕਿਉਂਕਿ ਇਹਦਾ ਇਲਾਜ ਹੈ ਹੀ ਨਹੀਂ। ਫਿਰ ਉਹ ਕਿੱਧਰ ਨੂੰ ਮੁੜਿਆ? 2 ਚੀਜ਼ਾਂ ਵੱਲ, ਇੱਕ ਪਰਮਾਤਮਾ ਦੇ ਵਿਸ਼ਵਾਸ ਦੀ ਤਰਫ ਕਿ ਜਿਸ ਨੇ ਮੈਨੂੰ ਪੈਦਾ ਕੀਤਾ, ਜਿਹੜਾ ਪੈਦਾ ਕਰ ਸਕਦਾ ਉਹ ਮੈਨੂੰ ਠੀਕ ਵੀ, ਕਿਉਂਕਿ ਜਦੋਂ ਮੈਂ ਕੁਛ ਨਹੀਂ ਸੀ ਉਦੋਂ ਬਣਾ ਦਿੱਤਾ, ਤਾਂ ਹੁਣ ਤਾਂ ਮੈਂ ਹਾਂ, ਤਾਂ ਮੈਨੂੰ ਆਹ ਪ੍ਰੋਬਲਮ ਹੈ ਥੋੜੀ ਜਿਹੀ। ਜਿੱਦਾਂ ਹੁਣ ਫਰਜ਼ ਕਰੋ 5 ਉਂਗਲਾਂ ਆ, ਇੱਕ ਟਾਈਮ ਉਹ ਸੀ ਜਦੋਂ ਉਂਗਲਾਂ ਨਹੀਂ ਸੀ, ਫਿਰ ਉਹਨਾਂ ਬਣਾਈਆਂ। ਜੇ ਹੁਣ 5 ਉਂਗਲਾਂ ਬਣਾ ਸਕਦਾ ਹੈ ਉਹ, ਤਾਂ ਜੇ ਇੱਕ ਉਂਗਲ ਅੰਦਰ ਕੋਈ ਗੜਬੜ ਹੋ ਜਾਵੇ ਤਾਂ ਜਿਹੜਾ ਬਣਾ ਸਕਦਾ ਇਹਨੂੰ ਠੀਕ ਵੀ ਕਰ ਸਕਦਾ ਕਿ ਨਹੀਂ? ਤੁਹਾਡੇ ਕੋਲ ਗੱਡੀ ਹੈ, ਮੋਟਰਸਾਈਕਲ ਹੈ, ਸਾਈਕਲ ਹੈ, ਕੁਛ ਤਾਂ ਹੈ ਨਾ, ਜੇ ਉਹ 'ਚ ਖਰਾਬੀ ਆ ਜਾਵੇ ਤਾਂ ਜਿਹੜੀ ਕੰਪਨੀ ਬਣਾ ਸਕਦੀ ਉਹਨੂੰ ਠੀਕ ਵੀ ਤੁਸੀਂ ਲੈ ਜਾਓ। ਇੰਜਨ 'ਚ ਕੋਈ ਪ੍ਰੋਬਲਮ ਆ ਗਈ, ਦੇ ਦਿਓ ਕੰਪਨੀ ਨੂੰ, ਕੰਪਨੀ ਠੀਕ ਕਰਕੇ ਦੇਗੀ। ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ, ਜਿਸ ਕੰਪਨੀ ਦੀ ਗੱਡੀ ਹੈ, ਜੇ ਉਹ ਗੱਡੀ 'ਚ ਕੋਈ ਪ੍ਰੋਬਲਮ ਆਉਂਦੀ ਕੰਪਨੀ ਨੂੰ ਦਿਓ, ਕੰਪਨੀ ਠੀਕ ਵੀ ਕਰ ਦਿੰਦੀ ਹੈ। ਤਾਂ ਆ ਵੀ ਸਮਝ ਲਓ ਕਿ ਜੇ ਤੁਹਾਡਾ ਜੀਵਨ ਵੀ ਨਾ ਇੱਕ ਗੱਡੀ ਦੀ ਤਰ੍ਹਾਂ ਹੈ, ਇਹ ਕਿਹੜੀ ਕੰਪਨੀ ਬਣਾਈ, ਕਿਸ ਕੰਪਨੀ ਨੇ ਇਸ ਨੂੰ ਬਣਾਇਆ ਹੈ? ਉਹ ਮਾਲਿਕ ਨੇ। ਤਾਂ ਜੇ ਇਹਦਾ ਹੱਲ ਬਾਹਰੋਂ ਨਹੀਂ ਹੁੰਦਾ ਫਿਰ ਕਰ ਦਿਓ ਉਹਦੇ ਹਵਾਲੇ, ਕਿਹਾ ਮਾਲਿਕ ਹੁਣ ਬਾਹਰੋਂ ਤਾਂ ਦੇਖ ਲਿਆ ਹੱਲ ਹੈ ਨਹੀਂ, ਹੁਣ ਤੂੰ ਹੀ ਹੱਲ ਕਰਤਾ, ਉਹਦੀ ਰਹਿਮਤ ਹੱਲ ਵੀ ਕਰਦੀ। ਇਹਨੂੰ ਕਹਿੰਦੇ ਵਿਸ਼ਵਾਸ। ਸੋ ਡਾਕਟਰ ਨਾਰਮਨ ਕੁਝ ਮਹੀਨਿਆਂ 'ਚ ਪੂਰੀ ਤਰ੍ਹਾਂ ਠੀਕ ਹੋ ਗਿਆ। ਫਿਰ ਉਹਨਾਂ ਉੱਥੋਂ ਇਹ ਗੱਲ ਕਹੀ, ਬੁੱਕ ਵੀ ਲਿਖੀਆਂ ਉਹਨੇ ਕਿ ਭਾਈ ਖੁਸ਼ ਰਹੋ ਔਰ ਆਪਣੇ ਰੱਬ ਤੇ ਵਿਸ਼ਵਾਸ ਰੱਖੋ ਤਾਂ ਤੁਹਾਡੀ ਹਰ ਬਿਮਾਰੀ, ਹਰ ਮੁਸ਼ਕਿਲ ਠੀਕ ਹੋਏਗੀ। ਹਾਂ, ਜਦੋਂ ਮੌਤ ਆਣੀ ਉਦੋਂ ਮਰਨਾ ਸਭ ਨਹੀਂ ਹੈ, ਇਹ ਵੀ ਗੱਲ ਨਾਲ ਹੀ ਹੈ। ਜੇ ਬੰਦਾ ਸੋਚੇ ਮੈਂ ਕਦੀ ਮਰਨਾ ਹੀ ਨਹੀਂ ਹੈ ਤਾਂ ਮੌਤ ਨਹੀਂ ਟਲ ਸਕਦੀ। ਜਿੱਦਾਂ ਹੁਣ ਸਮਝ ਲੈ ਸੂਰਜ ਚੜਿਆ ਤਾਂ ਡੁੱਬਣਾ ਵੀ ਹੈ। ਹੁਣ ਬੰਦਾ ਕਹੇ ਸੂਰਜ ਨਾ ਡੁੱਬੇ, ਇਹ ਨਹੀਂ ਹੋ ਸਕਦਾ, ਪਰ ਆ ਪੂਰਾ ਦਿਨ ਮੈਂ ਖੁਸ਼ੀ ਨਾਲ ਜੀਵਾਂ, ਆਨੰਦ ਨਾਲ ਜੀਵਾਂ, ਇਹ ਹੋ ਸਕਦਾ ਹੈ। ਕਿਉਂਕਿ ਸੂਰਜ ਡੁੱਬਣਾ ਹੀ ਆ, ਤੂੰ ਰੋ ਰੋ ਕੇ, ਡਰ ਡਰ ਕੇ ਵੀ ਡੁਬਾ ਸਕਦਾ ਆ, ਨੱਚ ਕੇ, ਗਾ ਕੇ, ਹੱਸ ਕੇ, ਮੁਸਕਰਾ ਕੇ ਵੀ, ਖੁਸ਼ੀ ਨਾਲ ਵੀ ਤੂੰ ਦਿਨ ਬਿਤਾ ਸਕਦਾ ਹੈ। ਹੁਣ ਜਿਹਦੇ ਅੰਦਰ ਡਰ ਹੋਵੇ, ਜਿਹਦੇ ਅੰਦਰ ਡਰ ਹੋਵੇ, ਉਹਦਾ ਜ਼ਿੰਦਗੀ ਦਾ ਦਿਨ ਗੁਜ਼ਰਦਾ ਡਰ ਡਰ ਕੇ, ਉਹ ਆਨੰਦ ਲੈ ਹੀ ਨਹੀਂ ਪਾਉਂਦਾ। ਤਾਂ ਜਿਹਦੇ ਅੰਦਰ ਵਿਸ਼ਵਾਸ ਹੋਵੇ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਉਹਦਾ ਦਿਨ ਵੀ ਗੁਜ਼ਰਦਾ ਹੈ, ਪਰ ਉਹਦਾ ਦਿਨ ਖੁਸ਼ੀ ਨਾਲ ਗੁਜ਼ਰਦਾ ਹੈ ਕਿ ਕੋਈ ਫਿਕਰ ਹੀ ਨਹੀਂ, ਭਾਈ ਮਰਨਾ ਤਾਂ ਹੈ, ਪਰ ਮਰਨ ਤੋਂ ਪਹਿਲਾਂ ਜਿੰਨੇ ਵੀ ਦਿਨ ਹੈ, ਜਿੰਨੇ ਵੀ ਪਲ ਹੈ, ਘੜੀਆਂ ਆ, ਮੈਂ ਆਨੰਦ ਲੈਣਾ ਕਿਉਂਕਿ ਮੇਰਾ ਮਾਲਿਕ ਹਰ ਕਦਮ ਤੇ ਮੇਰੇ ਨਾਲ। ਡਰਨ ਦੀ ਲੋੜ ਕੀ ਹੈ? ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ, ਕਿਉਂ ਡਰਾਂ ਜਦ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ। ਸਭ ਯਕੀਨ ਹੈ ਕਿ ਨਹੀਂ? ਤੇ ਕਹੋ ਫਿਰ ਤੇ ਕਿਉਂ ਡਰੀਏ ਅਸੀਂ? ਡਰ ਡਰ ਕੇ ਥੋੜੀ। ਔਰ ਫਿਰ ਕਹਾਂਗੇ ਅਸੀਂ, ਕਈ ਵਾਰ ਕਹੀਦਾ ਹੈ ਕਿ ਟੀਪੂ ਸੁਲਤਾਨ ਨੇ ਇੱਕ ਗੱਲ ਬੜੀ ਪਿਆਰੀ ਕਹੀ ਹੈ। ਉਹ ਕਹਿੰਦੇ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਨਾ ਸ਼ੇਰ ਦੀ 1 ਦਿਨ ਦੀ ਜ਼ਿੰਦਗੀ ਚੰਗੀ ਹੈ। ਕਹਿੰਦੇ ਮੈਂ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਜੀਣਾ ਪਸੰਦ ਨਹੀਂ ਕਰੂੰਗਾ, ਪਰ ਸ਼ੇਰ ਦੀ 1 ਦਿਨ ਦੀ ਜ਼ਿੰਦਗੀ ਜੀਣਾ ਪਸੰਦ ਕਰੂੰਗਾ, ਕਿਉਂਕਿ ਸ਼ੇਰ 1 ਦਿਨ ਵੀ ਜੀਂਦਾ ਹੈ ਨਾ ਤਾਂ ਰਾਜਾ ਬਣ ਕੇ ਜੀਂਦਾ ਹੈ, ਤਾਂ ਗਿੱਦੜ 100 ਸਾਲ ਵੀ ਜੀਂਦਾ ਡਰ ਡਰ ਕੇ ਜੀਂਦਾ ਹੈ। ਹੁਣ ਗੌਰ ਕਰੋ ਜਰਾ, ਰੱਬ ਕੋਲੋਂ ਇਹ ਨਾ ਮੰਗੋ ਰੱਬਾ ਮੈਨੂੰ ਲੰਬੀ ਉਮਰ ਦੇ, ਬਲਕਿ ਇਹ ਮੰਗੋ ਕਿ ਮੇਰੇ ਮਾਲਕ ਜਿੰਨੀ ਵੀ ਜ਼ਿੰਦਗੀ ਹੈ ਨਾ, ਇਹਦੇ 'ਚ ਵਿਸ਼ਵਾਸ ਦੇ, ਇਹਦੇ 'ਚ ਹਿੰਮਤ ਦੇ, ਇਹਦੇ 'ਚ ਹੌਸਲਾ ਦੇ, ਤਾਂ ਕਿ ਮੈਂ ਜੀਵਨ ਨੂੰ ਖੁਸ਼ੀ ਦੇ ਨਾਲ ਜੀ ਸਕਾਂ, ਆਨੰਦ ਦੇ ਨਾਲ ਜੀ ਸਕਾਂ। ਕਿਉਂਕਿ ਲੰਬੀ ਉਮਰ ਵੀ ਕੀ ਕਰਨੀ ਜੇ ਚਿੰਤਾ ਟੈਨਸ਼ਨਾਂ 'ਚ ਹੀ ਗਈ ਤਾਂ ਫਿਰ ਕੀ ਹੋਏਗਾ? ਟੈਨਸ਼ਨਾਂ ਵਧਣ ਗਈਆਂ, ਫਿਰ ਆਪ ਹੀ ਫਾਂਸੀ ਲਾ ਕੇ ਮਰਨ ਦੀ ਕੋਸ਼ਿਸ਼ ਕਰਾਂਗੇ। ਹੁੰਦਾ ਕਿ ਨਹੀਂ ਇੱਦਾਂ? ਕਈ ਵਾਰ ਹਾਂ ਟੈਨਸ਼ਨ ਬਹੁਤ ਆ, ਦਿਲ ਮਰਨ ਨੂੰ ਕਰਦਾ ਹੈ, ਕੀ ਫਾਇਦਾ ਫਿਰ? ਇਸ ਲਈ ਜ਼ਿੰਦਗੀ ਚਾਹੇ ਜੀਵਨ ਥੋੜਾ ਹੀ ਭਲਾ, ਜੋ ਸਤ ਸਿਮਰਨ ਹੋਏ, ਲੱਖ ਬਰਸ ਕਾ ਜੀਵਨ ਲੇਖੇ ਧਰੇ ਨਾ ਕੋਈ। ਕਹਿੰਦੇ ਲੱਖਾਂ ਸਾਲਾਂ ਦੀ ਆਯੂ ਕਿਸ ਕੰਮ ਦੀ, ਜਿਹਦੇ 'ਚ ਪਰਮਾਤਮਾ ਦਾ ਪਿਆਰ ਨਾ ਹੋਵੇ, ਉਹਦਾ ਵਿਸ਼ਵਾਸ ਨਾ ਹੋਵੇ, ਖੁਸ਼ੀ ਨਾ ਹੋਵੇ, ਤਾਂ ਦੂਜਿਆਂ ਦੇ ਭਲੇ ਦੀ ਕਾਮਨਾ ਨਾ ਹੋਵੇ। ਇਸ ਲਈ ਜ਼ਿੰਦਗੀ ਛੋਟੀ ਹੋਵੇ ਪਰ ਅੱਛੀ ਹੋਵੇ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਵੀ ਇਹ ਗੱਲ ਕਹੀ ਕਿ ਜੀਵਨ ਲੰਬਾ ਨਹੀਂ, ਮਹਾਨ ਹੋਣਾ ਚਾਹੀਦਾ ਹੈ, ਅੱਛਾ ਹੋਣਾ ਚਾਹੀਦਾ ਹੈ। ਯਾਨੀ ਜ਼ਿੰਦਗੀ ਬੇਸ਼ੱਕ ਛੋਟੀ ਹੋਵੇ, ਪਰ ਉਹ ਛੋਟੀ ਜ਼ਿੰਦਗੀ ਸਾਡੀ ਕਰਨੀ ਇਦਾਂ ਦੀ ਹੋਵੇ ਕਿ ਦੁਨੀਆ ਤੇ ਮਿਸਾਲ ਬਣ ਜਾਈਏ। ਜਿੱਦਾਂ ਇੱਕ ਗੱਲ ਕਹੀ ਦੀ ਹੈ ਨਾ ਕਿ ਇਸ ਸੇ ਪਹਿਲੇ ਕਿ ਮਰਕਰ ਮੈਂ ਲਾਸ਼ ਬਣ ਜਾऊं, ਕੁਛ तो ऐसा कर जाऊंगा कि मैं खास बन जाऊं। कुछ इदा का करके जाए, कोई खास बन के जाइए, समझते हो कि नहीं? कुछ भला करके जाइए, कुछ नेकियां करके जाइए। इसलिए फिर कहांगे हुण टाइम काफ़ी हो गया आखिरले वचनां कि कर नशे तू भंग शराबां दे, क्यों तन नूं रोग लगामदा है, इस हसदी बसदी जिंदगी नूं क्यों दुखां दे विच। इस करके ये नशियां तो दूर रहो,
क्योंकि ये हसदी वसदी जिंदगी नूं दुखा परेशानियां तकलीफां नाल भर दिंदी है ये नशे। इसलिए हुण जे करना ही है नशा तो किहड़ा करना है? नशा करना है तो कर नाम वाला, क्योंकि नाम कुमारी नानका। बोलो समझ दिओ कि नहीं? और एक शब्द भी सुनते हो ना, बड़ा भंगड़ा पाते हो तुसीं कि किसी को भांग का नशा है, मुझे नशा होवे तो होवे भंगा, शराबां अफीमां दे नशे की करने? बोलो समझ दिओ कि नहीं? ये वो नशे की करने कि जेड़े सानू गिरांदे चले जाण। नशा करिए तो वह नशा करिए, वो नाम का नशा करिए। इसलिए कहते अज प्याला रख दे एक पासे, सानू नज़रां नाल पिला सकी पीना तो उसदी नज़रां तो पीए, क्योंकि दुनिया के प्यालियां चों की पीनी। कहते ना कि जाम पर जाम पीने से क्या फायदा, रात को पी सुबह को उतर जाएगी। पीनी है तो अपने मुर्शद की नजरों से पी, जिंदगी सारी नशे में गुजर जाएगी। कहते पीनी तो सतगुरां दी अख तो पी, और मुर्शद की नजर तो पी, तो सारी जिंदगी नशा। फिर हुण किहड़ी पीण दा फायदा है? जिहड़ी जिंदगी नूं बर्बाद करे, कुछ घंटिਆਂ च चढ़े तो उतर जावे, या फिर वो पी लईए कि इदां दी मस्ती चढ़ जावे कि मुड़ के उतरे ही ना, और कोई टेंशन कोई गम रवे ही ना जिंदगी च। इसलिए नशा करना ते कर नाम वाला, जो उजड़े घर वसामदा है। क्योंकि जिहड़ा नाम नाल जुड़ जाता है ना, उजड़े घरां नूं वसाण लग पैंदा है। जरा गौर करना, इत्थे हजूर मुहम्मद के जीवन की एक बड़ी प्यारी गल याद आ गई कि अरब के अंदर कबीला सी, उस कबीले अंदर ना दो सरदार, अपने अपने कबीले के सरदार, कबीला समझते हो तुसीं, जिहदा काफिले हुंदे उहदे सरदार हुंदे, नगर हुंदे है, तो वो दो सरदार हुण जद तक वो हजूर नाल नहीं जुड़े सी, एक बार ना दोनों अपने ऊंट लैके क्योंकि सफर कर रहे सी, ते एक कुआं उत्थे पहुंचे। जदों कुएं ते पहुंचे तो हुण तो सवाल पहला आ गया कि पहला किहदे ऊंट पानी पीणगे, क्योंकि दोनों ही सरदार हुण जिहदे ऊंट पहला पानी पीणगे दा मतलब वो ताकतवर है, तो जिहदे पिछों पीणगे वो जिहदा बंदा लाइन च लगदा ना, मेरी वारी पहला क्योंकि मैं ताकत वाला आ, इहदी लाइन वारी बाद चो। हुण कहंदे दोनों एक इधर खड़े एक इधर खड़े, गब्बे कुआं। हुण वो कहण पहला साडे ऊंट पानी पीणगे, तो दूजे कहण पहला साडे, कोई असीं घटा थोड़ी करना अपना कि पहला तुहानूं पानी पिलाइए, असीं कमज़ोर है, कोई साडा कबीला कमज़ोर है, हंकार हुंदा सी। हुण किहा जांदा है कि जदों दोनों ही आमने सामने होए, कुआं एक, तो उत्थे तलवारां निकल आईयां। की होया? तलवारां निकल आईयां, कुएं की खातर, पानी की खातर उत्थे युद्ध शुरू हो गया। इदां हो जाता कि नहीं? अजकल हुंदा ना, अजकल का पता नहीं, क्योंकि घर घर खेतों 'च मोटर लगी, अगे सरकारी हुंदा सी, पानी लैके लड़ पैंदे सी अगे भी, आ मेरे खेत नूं पानी जाना चाहिए, तेरे खेत नूं नहीं, पहला मेरी वारी, मैनूं आना चाहिए, उत्थे डांगा निकल आंदियां सी। हुंदा सी कि नहीं इदां? हुण उत्थे तां फिर हंकार की गल। हुण कहंदे इन्ना खून खराबा होया, कई बंदे जख्मी हो गए, कईयां दी मौत हो गई, मसला कोई हल होया नहीं। एक वो दिन सी। फिर की होया, जदों हजूर मुहम्मद साहब ने पैगाम दिता, तो ये दोनों ही सरदार हजूर दे नाल जुड़ गए, यानी हजूर का कलमा पढ़ लिया, यानी शब्द नाल जुड़ गए। हुण जदों शब्द नाल जुड़ गए, हजूर का रंग चढ़िया। और हुण की होया, एक दिन फिर कुछ सालों बाद वही मंजर आ गया। किहड़ा मंजर? जिहड़ा कुछ साल पहला सी, गब्बे कुआं, इधर भी ऊंट इधर भी ऊंट। हुण जदों दोनों ही सामने आ गए, तो जिहड़े नाल दे सेवक सी ना, वो कहंदे लै भी अज इन्ने साल पहला बड़ा खून खराबा होया सी, अज मर गए, क्योंकि अज फिर वही मंजर है, अज फिर वही मंजर है। दोनों ही सरदार, दोनों के नाल ही उन्होंने सेवक, यानी जिन्ने भी होंगे साथी, कुआं एको ही, इन्ने साल पहला कितना खून खराबा होया, किन्ने लोग मरे, अज भी मरनगे। पर यह नहीं पता सी उन्होंने कि उदों कुछ होर हवा हाल सी, अज कुछ होर है। अज जो कुएं नूं देखिया, दोनों ने देखिया, 10 साल पहला या कुछ साल पहला जो मिले सी, तो नफरत की नज़र ना, गुस्से नाल देखिया, मैं पीना पहला, यानी मेरे ऊँट पहला पीणगे। अज जो देखिया तो मुस्कुरा के दोनों कुएं ऊँठा तो उतरे, एक दूजे नूं गल नाल ला लिया, कहंदे पहला यार तू पिला लै, वो कहंदा नहीं पहला तू पिला लै। जरा हुण गौर कर, वो कहंदे पहला, जिद्दां कहंदे हैं ना कि जल थोड़ा नेहू घना। कहंदे एक जंगल के अंदर फकीर ना अपने सेवकां नाल गए, तो की देखिया, 2 हिरन मरे पे है, एक हिरन एक हिरनी है, यानी कि जोड़ा मरिया पिया है। जदों जोड़े नूं मरिया देखिया, तो सेवक कहण लगे, महाराज आ हिरन मरे पे है, ना इन्हां दे शरीर ते कोई तीर का निशान है, ना जख्म का निशान है, ना ही इन्हां दे जिसम ते कोई जानवर के बड्डे का निशान है कि किसी जानवर ने मारिया होवे, ना कोई खून का एक कतरा निकले, मरे किदां है। हुण फकीरां ने घूम के देखिया, जदों देखिया ना,
ਫਕੀਰ ਕਹਿਣ ਲੱਗੇ ਇਹ ਮਰੇ ਐ ਕਿਉਂਕਿ ਇੱਕ ਦੂਜੇ ਨਾਲ ਪਿਆਰ ਬੜਾ ਕਰਦੇ ਸੀ। ਉਹ ਕਹਿੰਦੇ ਮਹਾਰਾਜ ਕੀ ਮਤਲਬ? ਉਹ ਕਹਿੰਦੇ ਮਤਲਬ ਉਹ ਦੇਖੋ, ਇਹ ਦੋਨੇ ਪਿਆਸੇ ਸੀ, ਜ਼ੁਬਾਨ ਨਿਕਲੀ ਹੋਈ ਹੈ ਬਾਹਰ ਪਿਆਸ ਨਾਲ, ਔਰ ਉਹ ਦੇਖੋ ਸਾਹਮਣੇ ਪਾਣੀ ਟੋਏ 'ਚ ਥੋੜਾ ਜਿਹਾ ਹੈ, ਇੱਕ ਪੀਂਦਾ ਉਹਨਾਂ ਬਚ ਜਾਣਾ ਸੀ, ਪਰ ਦੂਜੇ ਨੇ ਮਰ ਜਾਣਾ ਸੀ ਕਿਉਂਕਿ ਪਾਣੀ ਇੱਕ ਜੋਗਾ ਸੀ। ਇਸ ਲਈ ਜਦੋਂ ਦੋਨੇ ਆਏ ਨਾ ਇੱਥੇ, ਦੇਖਿਆ ਪਾਣੀ ਥੋੜਾ ਹੈ, ਤਾਂ ਹਿਰਨ ਕਹਿ ਰਿਹਾ ਸੀ ਹਿਰਨੀ ਨੂੰ ਤੂੰ ਪੀ ਲੈ, ਤੂੰ ਬਚ ਜਾ, ਕਿਉਂਕਿ ਜੇ ਮੈਂ ਪੀ ਲਿਆ ਮੈਂ ਬਚ ਗਿਆ, ਤੇਰੇ ਤੋਂ ਬਿਨਾਂ ਮੈਂ ਜ਼ਿੰਦਗੀ ਕੀ ਕਰਨੀ। ਤਾਂ ਉਹ ਕਹਿੰਦੀ ਸੀ ਨਹੀਂ ਜੀ ਤੁਸੀਂ ਪੀਓ, ਤੁਹਾਡੇ ਤੋਂ ਬਿਨਾਂ ਮੈਂ ਕੀ ਕਰਨੀ ਹੈ। ਇਸ ਲਈ ਕਹਿੰਦੇ ਜਲ ਥੋੜਾ ਪਾਣੀ ਥੋੜਾ ਨੇਹੂ ਘਨਾ। ਨੇਹੂ ਦਾ ਮਤਲਬ ਨੇਹ ਪ੍ਰੇਮ ਬਹੁਤ ਘਨਾ ਹੈ। ਜਲ ਥੋੜਾ ਨੇਹੂ ਘਨਾ ਪ੍ਰੇਮ ਕਾ ਲਾਗਾ ਬਾਣ। ਇਹਨਾਂ ਨੂੰ ਕਿਸੇ ਹੋਰ ਤੀਰ ਨੇ ਨਹੀਂ ਮਾਰਿਆ, ਇਹਨਾਂ ਨੂੰ ਪ੍ਰੇਮ ਦੇ ਤੀਰ ਨੇ ਮਾਰਿਆ। ਇਹ ਪ੍ਰੇਮ ਦਾ ਬਾਣ ਲੱਗਾ ਇਹਨਾਂ ਦੇ ਦਿਲਾਂ 'ਚ। ਕਿੱਦਾਂ ਕਿ ਦੋਨੇ ਇੱਕ ਦੂਜੇ ਨੂੰ ਕਹਿੰਦੇ ਸੀ ਤੂੰ ਪੀ, ਕਹਿਤ ਹੀ ਨਿਕਲ ਗਏ ਹੈ ਪ੍ਰਾਣ। ਕਹਿੰਦੇ ਤੂੰ ਪੀ ਕਹਿੰਦੇ ਹੀ ਨਾ ਉਹਨਾਂ ਪੀਤਾ ਨਾ ਉਹਨਾਂ ਪੀਤਾ, ਕਿਉਂਕਿ ਉਹਦੀ ਫਿਕਰ ਕਰਦਾ ਰਿਹਾ, ਉਹਦੀ ਫਿਕਰ ਕਰਦਾ ਰਿਹਾ, ਇੱਕ ਦੂਜੇ ਦੀ ਫਿਕਰ 'ਚ ਜਾਨ ਨਿਕਲ ਗਈ। ਇਹਨੂੰ ਕਹਿੰਦੇ ਪ੍ਰੇਮ। ਅੱਜ ਬੰਦਾ ਹੀ ਕਹਿੰਦਾ ਮੈਨੂੰ ਮਿਲ ਜਾਵੇ, ਦੂਜਾ ਭੁੱਖਾ ਮਰਦਾ ਮਰੀ ਜਾਵੇ, ਮੇਰਾ ਪੇਟ ਭਰਨਾ ਚਾਹੀਦਾ, ਦੂਜੇ ਦੀ ਮੈਨੂੰ ਕੀ ਹੈ, ਮੈਂ ਠੇਕਾ ਲਿਆ ਦੂਜੇ ਦਾ। ਇਹ ਪਿਆਰ ਨਹੀਂ ਹੁੰਦਾ। ਪਿਆਰ ਦਾ ਮਤਲਬ ਹੁੰਦਾ ਹੈ, ਕਿਉਂਕਿ ਪਿਆਰ ਇਹ ਨਹੀਂ ਦੇਖਦਾ ਕਿ ਮੈਨੂੰ ਕੀ ਮਿਲਦਾ ਹੈ, ਪਿਆਰ ਇਹ ਦੇਖਦਾ ਕਿ ਮੈਂ ਕੀ ਕਰ ਸਕਦਾ। ਪ੍ਰੇਮੀ ਹਮੇਸ਼ਾ ਕੀ ਦੇਖਦਾ ਹੈ? ਜਦੋਂ ਬੰਦਾ ਕਹਿੰਦਾ ਮੈਨੂੰ ਕੀ ਮਿਲਦਾ, ਮੈਂ ਉਹਨੂੰ ਪਿਆਰ ਕਰਦਾ, ਕਿ ਮੈਨੂੰ ਕੀ ਮਿਲ ਰਿਹਾ ਹੈ, ਤੇ ਲੋਭ ਹੈ, ਇਹ ਮੋਹ ਹੈ, ਇਹ ਪਿਆਰ ਨਹੀਂ ਹੈ। ਪ੍ਰੇਮੀ ਕੀ ਕਹਿੰਦਾ ਹੈ? ਮੈਂ ਉਹਨੂੰ ਪਿਆਰ ਕਰਦਾ, ਮੈਂ ਉਹਦੀ ਖਾਤਰ ਕੀ ਕਰ ਸਕਦਾ ਹਾਂ, ਕਿੱਦਾਂ ਮੈਂ ਆਪਣੇ ਪਿਆਰੇ ਨੂੰ ਖੁਸ਼ੀ ਦੇ ਸਕਦਾ ਹਾਂ। ਫਿਰ ਉੱਥੇ ਆਪਣੀ ਜ਼ਿੰਦਗੀ ਤੱਕ, ਆਪਣੀ ਜਾਨ ਤੱਕ ਕੁਰਬਾਨ ਕਰਨ ਨੂੰ ਬੰਦਾ ਤਿਆਰ ਹੋ ਜਾਂਦਾ ਹੈ, ਕਿਉਂਕਿ ਪਿਆਰ ਦੇ ਵਿੱਚ ਜਿੱਥੇ ਸੱਚਾ ਰੰਗ ਹੋਵੇ ਨਾ, ਉੱਥੇ ਆਪਣੀਆਂ ਇੱਛਾਵਾਂ ਨਹੀਂ ਦੇਖਿਆ ਜਾਂਦਾ, ਆਪਣੀ ਖੁਸ਼ੀ ਨਹੀਂ ਦੇਖੀ ਜਾਂਦੀ, ਉਹਦਾ ਆਪਣੇ ਮਹਿਬੂਬ ਨੂੰ ਕਿੱਦਾਂ ਮੈਂ ਖੁਸ਼ ਕਰ ਲਵਾਂ ਉਹ ਦੇਖਿਆ ਜਾਂਦਾ ਹੈ। ਇਸ ਲਈ ਇੱਥੇ ਵੀ ਹਜ਼ੂਰ ਮੁਹੰਮਦ ਸਾਹਿਬ ਨਾਲ ਜਦੋਂ ਜੁੜੇ, ਅੱਜ ਕੁਆਂ ਉਹੀ ਹੈ, ਸਰਦਾਰ ਵੀ ਉਹੀ ਹੈ, ਪਰ ਅੱਜ ਅੰਦਰਲਾ ਰੰਗ ਕੁਛ ਹੋਰ ਹੈ, ਕਿਉਂਕਿ ਪਹਿਲਾਂ ਹੰਕਾਰ ਦਾ ਰੰਗ ਸੀ, ਤਕੱਬਰ ਦਾ, ਮੈਂ ਮੇਰੀ ਦਾ ਰੰਗ ਸੀ, ਤਾਂ ਹੁਣ ਤਾਂ ਉਹਨਾਂ ਤੇ ਆਪਣੇ ਮੁਰਸ਼ਿਦ ਦਾ ਰੰਗ ਚੜ ਚੁੱਕਾ ਹੈ। ਔਰ ਕਹਿੰਦੇ ਨਾ ਕੋਈ ਰੰਗ ਸਾਵਾ, ਕੋਈ ਰੰਗ ਸੂਆ, ਕੋਈ ਗੁਲਾਬੀ ਕਰਦਾ, ਬੁੱਲੇ ਸ਼ਾਹ ਰੰਗ ਮੁਰਸ਼ਿਦ ਵਾਲਾ। ਜਦੋਂ ਮੁਰਸ਼ਿਦ ਦਾ ਰੰਗ ਚੜ ਜਾਂਦਾ, ਫਿਰ ਬੰਦੇ ਨੂੰ ਆਪਣੀ ਫਿਕਰ ਨਹੀਂ, ਦੂਜੇ ਦੀ ਫਿਕਰ ਹੁੰਦੀ ਹੈ। ਦੋਨਾਂ ਨੇ ਗੱਲ ਨਾਲ ਲਾ ਲਿਆ ਇੱਕ ਦੂਜੇ ਨੂੰ, ਕਹਿੰਦੇ ਪਹਿਲਾਂ ਤੂੰ ਪਿਲਾ ਲਾ, ਪਹਿਲਾਂ ਤੂੰ ਪਿਲਾ ਲਾ। ਉਹ ਨੌਕਰ ਤਾਂ ਦੇਖ ਕੇ ਹੈਰਾਨ ਰਹਿ ਗਏ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਕਹਿੰਦੇ ਮੈਂ ਪਿਲਾਣਾ, ਮੈਂ ਸੀ, ਲੜਾਈ ਹੋ ਗਈ, ਅੱਜ ਤੂੰ ਹੈ, ਤਾਂ ਕਿੰਨੀ ਖੁਸ਼ੀ ਹੈ। ਤਾਂ ਫਿਰ ਦੋਨਾਂ ਨੇ ਪਤਾ ਕੀ ਫੈਸਲਾ ਕੀਤਾ? ਉਹ ਕਹਿੰਦੇ ਛੱਡ ਯਾਰ, ਤੂੰ ਇਕੱਠੇ ਪਿਲਾਉਂਦੇ ਆ, ਇਧਰੋਂ ਤੂੰ ਪਿਲਾਈ, ਇਧਰੋਂ ਅਸੀਂ ਪਿਲਾਈ ਜਾਂਦੇ। ਪਿਆਰ ਆ ਗਿਆ, ਏਕਤਾ। ਇਹਨੂੰ ਕਹਿੰਦੇ ਮੁਰਸ਼ਿਦ ਨਾਲ ਜੁੜ ਕੇ ਜੀਵਨ 'ਚ ਏਦਾਂ ਬਦਲਾਅ ਆਉਂਦਾ। ਗੁਰੂ ਵਾਲੇ ਹੁੰਦੇ ਆ ਜਦੋਂ ਅਸੀਂ, ਕੀ ਫਾਇਦਾ ਕਿ ਗੁਰੂ ਨਾਲ ਜੁੜਨ ਤੋਂ ਪਹਿਲਾਂ ਵੀ ਅਸੀਂ ਗਾਲੀਆਂ ਕੱਢਦੇ ਸੀ, ਲੜਦੇ ਸੀ, ਤਾਂ ਗੁਰੂ ਦੇ ਕੋਲੋਂ ਨਾਮ ਲੈ ਕੇ ਫਿਰ ਲੜੀ ਜਾਂਦੇ ਆ, ਤੇ ਇਹਦਾ ਮਤਲਬ ਕੋਈ ਅਸਰ ਤੇ ਕੀ ਫਾਇਦਾ? ਫਾਇਦਾ ਫਿਰ ਕੋਈ ਮਜ਼ਾ ਤਾਂ ਫਿਰ ਹੈ ਕਿ ਗੁਰੂ ਨਾਲ ਜੁੜੇ ਆ ਤਾਂ ਸਾਡਾ ਦਿਲ ਬਦਲ ਜਾਵੇ, ਸਾਡੀ ਸੋਚ ਬਦਲ ਜਾਵੇ, ਸਾਡੇ ਅੰਦਰ ਨਫ਼ਰਤ ਖਤਮ ਹੋ ਜਾਵੇ, ਕ੍ਰੋਧ ਖਤਮ ਹੋ ਜਾਵੇ, ਸ਼ਾਂਤੀ ਆਵੇ, ਕੁਛ ਤਾਂ ਬਦਲਾਅ ਆਵੇ ਸਾਡੇ ਅੰਦਰ, ਫਿਰ ਜ਼ਿੰਦਗੀ 'ਚ ਮਜ਼ਾ ਆਉਂਦਾ ਹੈ। ਇਸ ਕਰਕੇ ਅੱਜ ਅਸੀਂ ਵੀ ਇਹੀ ਗੱਲ ਤੁਹਾਨੂੰ ਕਵਾਂਗੇ ਕਿ ਨਸ਼ਾ ਕਰਨਾ ਹੈ ਤੇ ਕਰ ਨਾਮ ਵਾਲਾ, ਜਿਹੜਾ ਉਜੜੇ ਘਰ ਦੇਖੋ ਬਸ ਗਿਆ ਨਾ, ਉਹਨਾਂ ਦੇ ਉੱਤੇ ਨਾਮ ਦਾ ਨਸ਼ਾ ਚੜ ਗਿਆ, ਤੇ ਝਗੜੇ ਮੁੱਕ ਗਏ, ਖੂਨ ਖਰਾਬੇ ਮੁੱਕ ਗਏ, ਤਾਂ ਪਿਆਰ ਹੀ ਪਿਆਰ ਹੋ ਗਿਆ। ਇਹਨੂੰ ਕਹਿੰਦੇ ਨਾਮ ਦਾ ਨਸ਼ਾ। ਨਸ਼ਾ ਕਰਨਾ ਤੇ ਕਰ ਨਾਮ ਵਾਲਾ, ਜਿਹੜਾ ਉਜੜੇ ਘਰ ਬਸਾਮਦਾ ਹੈ, ਤੇਰੇ ਭਲੇ ਦੀ ਖਾਤਰ ਐ ਯਾਰਾ ਸਾਹਿਬ ਜੋਤ। ਇਹ ਗੱਲ ਸਮਝਾਉਂਦਾ, ਹੁਣ ਤੁਹਾਡੇ ਭਲੇ ਦੀ ਖਾਤਰ ਸਮਝਾ ਰਹੇ, ਮੰਨਣੀ ਨਾ ਮੰਨਣੀ ਇਹ ਤੁਹਾਡੇ ਹੱਥ 'ਚ। ਇਸ ਲਈ ਆਓ, ਹੁਣ ਸਮਾਂ ਕਾਫੀ ਹੋ ਗਿਆ ਹੈ, ਆਖਰਲੇ ਵਚਨਾਂ 'ਚ ਨਹੀਂ ਕਵਾਂਗੇ ਕਿ ਤੁਸੀਂ ਵੀ ਆਪਣੇ ਅੰਦਰ ਆਪਣੇ ਮਾਲਿਕ ਦਾ ਪਿਆਰ, ਆਪਣੇ ਮਾਲਿਕ ਦਾ ਵਿਸ਼ਵਾਸ ਪੈਦਾ ਕਰੋ। ਔਰ ਜਿੱਦਾਂ ਡਾਕਟਰ ਨਾਰਮਨ ਕਾਜ਼ਿਨ ਨੇ ਕਿਹਾ ਕਿ ਮੈਂ ਮੁਸਕਰਾ ਕੇ ਆਪਣੇ ਈਸ਼ਵਰ ਤੇ ਵਿਸ਼ਵਾਸ ਕੀਤਾ ਤਾਂ ਮੇਰੇ ਸਾਰੇ ਦੁੱਖ, ਲਾ ਇਲਾਜ ਬਿਮਾਰੀ ਵੀ ਠੀਕ ਹੋ ਗਈ। ਤੇ ਅਸੀਂ ਤੁਹਾਨੂੰ ਵੀ ਕਵਾਂਗੇ, ਜੇ ਤੁਹਾਡੇ ਜੀਵਨ 'ਚ ਵੀ ਕੋਈ ਪ੍ਰੋਬਲਮ ਹੈ, ਕੋਈ ਬਿਮਾਰੀ ਹੈ, ਕੋਈ ਦੁੱਖ ਹੈ ਨਾ, ਤਾਂ ਪਹਿਲੇ ਤਾਂ ਇੱਕ ਗੱਲ ਹੈ ਕਿ ਟੈਨਸ਼ਨ ਲੈਣੀ, ਰੋਣਾ ਬੰਦ ਕਰੀਏ, ਹੱਸਣਾ ਸ਼ੁਰੂ ਕਰੀਏ, ਕਿਉਂਕਿ ਚਿੰਤਾ ਕਰਨ ਨਾਲ ਦੁੱਖ ਵੱਧਦਾ ਹੈ, ਹੱਸਣ ਨਾਲ ਦੁੱਖ ਘਟਦਾ ਹੈ। ਇਹ ਤਾਂ ਪੜ੍ਹ ਕੇ ਦੇਖ ਲਓ ਕਿ ਹੱਸਣ ਦੇ ਲਾਭ ਕੀ ਹੈ। ਤੁਹਾਡੇ ਮੂਹਰੇ ਆ ਜਾਏਗਾ ਕਿ ਹੱਸਣ ਵਾਲਾ ਬੰਦਾ, ਉਹਦੀ ਇਮਿਊਨਿਟੀ ਪਾਵਰ ਵੱਧ ਜਾਂਦੀ ਹੈ। ਜਿਹੜਾ ਹੱਸਦਾ ਨਾ ਹਰ ਵੇਲੇ ਖੁਸ਼ ਰਹਿੰਦਾ, ਉਹਦੀ ਇਮਿਊਨਿਟੀ ਪਾਵਰ ਵੱਧ ਜਾਂਦੀ ਹੈ, ਉਹ ਬਿਮਾਰ ਘੱਟ ਹੁੰਦਾ ਹੈ, ਉਹਨੂੰ ਜ਼ੁਕਾਮ ਘੱਟ ਹੁੰਦਾ, ਉਹਨੂੰ ਬੁਖਾਰ ਘੱਟ ਹੁੰਦਾ, ਉਹਨੂੰ ਕਈ ਬਿਮਾਰੀਆਂ ਘੱਟ ਲੱਗਦੀਆਂ ਹੈ। ਤਾਂ ਜਿਹੜਾ ਹਰ ਵੇਲੇ ਰੋਂਦਾ ਹੀ ਰਹਿੰਦਾ ਨਾ, ਕਦੀ ਦੇਖੋਗੇ ਕਿ ਜਿਹੜੇ ਨਿਆਣੇ ਹਰ ਵੇਲੇ ਰੋਂਦੇ ਹੀ ਰਹਿੰਦੇ ਨੇ, ਉਹ ਬਿਮਾਰ ਵੀ ਜ਼ਿਆਦਾ ਹੋਣਗੇ। ਤਾਂ ਜਿਹੜੇ ਨਿਆਣੇ ਹਰ ਵੇਲੇ ਖੇਡਦੇ ਰਹਿੰਦੇ ਆ, ਖੁਸ਼ ਰਹਿੰਦੇ ਆ, ਉਹਨਾਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਜਦੋਂ ਕੋਈ ਬੱਚੇ ਲੈ ਕੇ ਆਉਂਦਾ ਨਾ ਮਾਲ ਕੋ, ਬੱਚਾ ਬੜੀ ਜਲਦੀ ਬਿਮਾਰ ਹੋ ਜਾਂਦਾ, ਕਹਿੰਦੇ ਫਿਰ ਹਰ ਵੇਲੇ ਨਾ ਖਿਜਿਆ ਰਹਿੰਦਾ ਹੋਣਾ। ਕਹਿੰਦੇ ਹਾਂ ਗੱਲ ਤਾਂ ਇਹੀ ਹੈ। ਇਹ ਕਿ ਖਿਜਿਆ ਰੱਖਦੇ ਫਿਰ ਤੁਸੀਂ ਹੀ ਇਹਨੂੰ ਖੁਸ਼ ਰੱਖਿਆ ਕਰੋ, ਕਿਉਂਕਿ ਜਿੰਨਾ ਬੰਦਾ ਹੱਸਦਾ ਆ, ਹੱਸਣ ਨਾਲ ਬੰਦੇ ਦੇ ਜਿਹੜਾ ਅੰਦਰ ਨਾ ਐਂਟੀਬਾਡੀਜ਼
ਕਹਿੰਦੇ ਇਦਾਂ ਦੇ ਅੰਦਰ ਬਾਡੀ ਦੇ ਅੰਦਰ ਨਾ ਬਈ ਇਹ ਇਨਸਾਨ ਦੇ ਕੈਮੀਕਲ ਪੈਦਾ ਹੁੰਦੇ ਜਿਹੜੇ ਬਿਮਾਰੀਆਂ ਨੂੰ ਜਲਦੀ ਠੀਕ ਕਰ ਦਿੰਦੇ ਆ। ਇਸ ਕਰਕੇ ਦੇਖੋ ਇੰਨੀ ਵਧੀਆ ਗੱਲ ਸੁਣ ਕੇ ਵੀ ਹਾਲੇ ਤੁਸੀਂ ਮੂੰਹ ਲਟਕਾ ਕੇ ਬੈਠੇ ਹੋ। ਹਾਸੇ ਲੋ ਥੋੜਾ ਜਿਹਾ ਤਾਂ ਕਿ ਅੱਜ ਕੁਛ ਤਾਂ ਅੰਦਰ ਐਸਾ ਬਣ ਜਾਵੇ ਕਿ ਤੁਹਾਡੇ ਦੁੱਖ ਵੀ ਦੂਰ ਹੋ ਜਾਣ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਤੁਸੀਂ ਵੀ ਅੱਜ ਤੋਂ ਦੋ ਗੱਲਾਂ ਯਾਦ ਰੱਖਣੀਆਂ। ਇੱਕ, ਮੈਂ ਖੁਸ਼ ਰਹਿਣਾ ਹੈ, ਸਮਾਈਲ ਵਿਦ ਫੇਥ, ਯਾਨੀ ਆਪਣੇ ਈਸ਼ਵਰ ਤੇ ਵਿਸ਼ਵਾਸ ਦੀ ਸਮਾਈਲ ਹਮੇਸ਼ਾ ਆਪਣੇ ਫੇਸ ਤੇ ਰੱਖਣੀ ਹੈ ਕਿ ਮੈਂ ਘਬਰਾਣਾ ਨਹੀਂ ਹੈ, ਮੈਨੂੰ ਯਕੀਨ ਹੈ ਆਪਣੇ ਮਾਲਿਕ ਤੇ ਜਿਸ ਨੇ ਮੈਨੂੰ ਪੈਦਾ ਕੀਤਾ ਮੇਰੀ ਹਰ ਮੁਸ਼ਕਿਲ ਦਾ ਹੱਲ ਵੀ ਕਰੇਗਾ, ਮੈਨੂੰ ਯਕੀਨ ਹੈ। ਤਾਂ ਜੇ ਡਾਕਟਰ ਨਾਰਮਨ ਦੀ ਇਲਾਜ ਬਿਮਾਰੀ ਠੀਕ ਹੋ ਸਕਦੀ, ਤੁਹਾਡੀਆਂ ਬਿਮਾਰੀਆਂ ਤਾਂ ਫਿਰ ਵੀ ਆ ਛੋਟ ਮੋਟੀਆਂ ਹੀ ਹੈ, ਇਹ ਵੀ ਠੀਕ ਹੋ ਜਾਣਗੀਆਂ। ਯਕੀਨ ਰੱਖੋ ਆਪਣੇ ਮਾਲਿਕ ਤੇ। ਇਸ ਲਈ ਆ ਹੁਣ ਕਹਿ ਦਈਏ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਇਹ ਵਿਸ਼ਵਾਸ ਨਾ ਗਿਆ ਨਾ ਬਸ ਫਿਰ ਨਾਲ ਹੀ ਰੱਖਣਾ ਇਹ ਵਿਸ਼ਵਾਸ, ਤਾਂ ਜੀਵਨ ਖੁਸ਼ੀਆਂ ਰਹਿਣਗੀਆਂ, ਕੋਈ ਕਮੀ ਨਹੀਂ ਆਏਗੀ। ਔਰ ਹੁਣ ਸਮਾਂ ਕਾਫੀ ਹੋ ਗਿਆ ਹੈ, ਹੁਣ ਅੰਤਿਮ ਬਚਨਾਂ 'ਚ ਇਹੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ। ਪਰ ਇਹ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ, ਸਤਸੰਗ ਸਮਾਪਤ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗੇ ਕਿ ਜਿੱਦਾਂ ਪਹਿਲਾਂ ਪ੍ਰੋਗਰਾਮਾਂ ਦੇ ਬਾਰੇ ਤੁਹਾਨੂੰ ਦੱਸਿਆ ਗਿਆ ਹੈ ਕਿ ਅੱਜ ਮਈ ਮਹੀਨਾ ਚੱਲ ਰਿਹਾ ਹੈ, ਔਰ ਅੱਜ ਕਿੰਨੀ ਤਰੀਕ ਹੈ? 15 ਮਈ। ਔਰ ਅਗਲਾ ਜੋ ਜੂਨ ਮਹੀਨਾ ਆਉਣ ਵਾਲਾ ਹੈ 12 ਜੂਨ ਸਰਬ ਸਾਂਝਾ ਦਰਬਾਰ ਕੰਟੀਆਂ ਹੁਸ਼ਿਆਰਪੁਰ ਵਿਖੇ ਸਾਲਾਨਾ ਮੇਲਾ ਹੈ। ਉਸ ਦਿਨ ਨਿਸ਼ਾਨ ਸਾਹਿਬ ਦੀ ਚੜ੍ਹਾਈ ਹੈ, ਬੜੇ ਮਾਲਕਾਂ ਦੀ ਬਰਸੀ ਵੀ ਹੈ, ਔਰ ਜੋ ਜੂਨ ਮਹੀਨੇ ਦੀ 11ਵੀਂ ਹੈ ਉਹ ਵੀ ਹੈ, ਔਰ ਦਿਨ ਵੀ ਐਤਵਾਰ ਦਾ ਛੁੱਟੀ ਵਾਲਾ ਦਿਨ ਹੈ। ਜਿੱਦਾਂ ਅੱਜ ਤੁਸੀਂ ਇੱਥੇ ਪਹੁੰਚੇ ਹੋ, ਤੁਹਾਡੇ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈ, ਆਪਣੇ ਸਾਧਨ ਅੱਜ ਕੱਲ੍ਹ ਹੁੰਦੇ ਹੀ ਹੈ, ਜੇ ਸਾਧਨ ਨਹੀਂ ਵੀ ਬੰਦਾ ਰਲ ਮਿਲ ਕੇ ਗੱਡੀਆਂ ਕਰਕੇ ਉਹ ਖੁਸ਼ੀਆਂ ਭਰੇ ਦਿਨ ਤੇ ਸਾਲਾਨਾ ਮੇਲੇ ਵਿੱਚ ਤੁਸੀਂ ਸਰਬ ਸਾਂਝਾ ਦਰਬਾਰ ਕੰਟੀਆਂ ਵਿਖੇ ਪਹੁੰਚ ਕੇ ਆਪਣੀ ਹਾਜ਼ਰੀ ਜ਼ਰੂਰ ਲਾਓ। ਆਪ ਵੀ ਆਓ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਲੈ ਕੇ ਆਓ, ਕਿਉਂਕਿ ਜਦੋਂ ਪ੍ਰੇਮ ਨਾਲ ਸ਼ਰਧਾ ਨਾਲ ਮਾਲਕ ਦੇ ਘਰ 'ਚ ਆਓਗੇ ਤਾਂ ਫਿਰ ਇਹ ਗੱਲ ਦਾ ਅਸੀਂ ਵਾਅਦਾ ਕਰਦੇ ਹਾਂ ਕਿ ਮਾਲਕ ਦੀਆਂ ਰਹਿਮਤਾਂ ਨਾਲ ਝੋਲੀਆਂ ਭਰ ਕੇ ਆਓਗੇ ਤੁਸੀਂ, ਕਿਉਂਕਿ ਜਿਹੜਾ ਪ੍ਰੇਮ ਨਾਲ ਉਹਦੇ ਦਰ ਤੇ ਆਉਂਦਾ ਕਦੀ ਖਾਲੀ ਨਹੀਂ ਜਾਂਦਾ। ਇਸ ਲਈ ਕੋਸ਼ਿਸ਼ ਕਰਨੀ ਹੈ, ਯਾਦ ਰੱਖਣਾ 12 ਜੂਨ ਦਿਨ ਐਤਵਾਰ, ਉਸ ਦਿਨ ਜੂਨ ਮਹੀਨੇ ਦੀ 11ਵੀਂ ਵੀ ਹੈ, ਬੜੇ ਮਾਲਕਾਂ ਦੀ ਬਰਸੀ ਵੀ ਹੈ, ਔਰ ਨਾਲ ਨਾਲ ਸਾਲਾਨਾ ਮੇਲਾ ਯਾਨੀ ਨਿਸ਼ਾਨ ਸਾਹਿਬ ਦੀ ਚੜ੍ਹਾਈ ਵੀ ਹੈ। ਇਸ ਲਈ ਬੜਾ ਖੁਸ਼ੀਆਂ ਦਾ ਦਿਨ ਹੈ। ਸੋ ਸਾਰਿਆਂ ਨੇ ਹੁਮ ਹਮਾ ਕੇ ਪਹੁੰਚਣਾ ਹੈ ਔਰ ਮਾਲਕ ਦੇ ਘਰ 'ਚ ਹਾਜ਼ਰੀ ਲਗਾ ਕੇ ਮਾਲਕ ਦੀਆਂ ਰਹਿਮਤਾਂ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ, ਆਨੰਦ ਨਾਲ, ਮਾਲਕ ਦੀਆਂ ਰਹਿਮਤਾਂ ਨਾਲ ਭਰਪੂਰ ਕਰਨਾ ਹੈ। ਔਰ ਹੁਣ ਅੰਤ ਵਿੱਚ ਇਹੀ ਉਸ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਤੁਹਾਡੇ ਤੇ ਬਣਾਏ ਰੱਖਣ। ਤੁਹਾਡੀਆਂ ਸਭ ਦੀਆਂ ਤਕਲੀਫਾਂ, ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਕ ਦੂਰ ਕਰਨ, ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ, ਤੁਹਾਨੂੰ ਸਭ ਨੂੰ ਸੇਵਾ, ਸਿਮਰਨ, ਦਾਨ, ਪੁੰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ, ਅੱਛੇ ਕਰਮ ਕਰਨ ਦਾ ਮਾਲਕ ਬਲ ਬਖਸ਼ੇ, ਔਰ ਹਰ ਨਸ਼ੇ, ਹਰ ਬੁਰਾਈ ਤੋਂ ਬਚਣ ਦੀ ਤੁਹਾਨੂੰ ਮਾਲਕ ਸੋਝੀ ਦੇਣ, ਔਰ ਤੁਹਾਡੇ ਅੰਦਰ ਐਸਾ ਪ੍ਰੇਮ, ਐਸਾ ਵਿਸ਼ਵਾਸ ਪੈਦਾ ਕਰ ਦੇਣ ਉਹ ਮਾਲਕ ਕਿ ਤੁਸੀਂ ਸਦਾ ਮਾਲਕ ਦੀਆਂ ਰਹਿਮਤਾਂ ਦਾ ਆਨੰਦ ਮਾਣਦੇ ਰਹੋ। ਤੁਹਾਡੇ ਜੀਵਨ 'ਚੋਂ ਸਾਰੇ ਡਰ, ਭਰਮ, ਭੁਲੇਖੇ ਦੂਰ ਹੋ ਜਾਣ, ਔਰ ਤੁਹਾਡਾ ਆਉਣ ਵਾਲਾ ਸਮਾਂ ਖੁਸ਼ੀਆਂ, ਕਾਮਯਾਬੀ, ਸਫਲਤਾ, ਤੰਦਰੁਸਤੀ ਭਰਿਆ ਹੋਵੇ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी। जय